पंजाब सरकार ਅਤੇ ਕੇਂਦਰ ਸਰਕਾਰ ਦੇ ਵਿੱਚ किसान अंदोलन ਨੂੰ ਲੈ ਕੇ ਇੱਕ ਵੱਡਾ ਰੇੜਕਾ ਬਣਿਆ ਹੋਇਆ ਹੈ। ਆਏ ਦਿਨ ਕੋਈ ਨਾ ਕੋਈ ਕੇਂਦਰ ਸਰਕਾਰ ਵੱਲੋਂ ਨਵਾਂ ਫਰਮਾਨ ਜਾਰੀ ਕੀਤਾ ਜਾਂਦਾ ਹੈ ਅਤੇ ਇਸੇ ਦੇ ਮੱਦੇਨਜ਼ਰ ਹੀ ਕਿਉਂਕਿ ਕਣਕ ਦੀ ਫਸਲ ਆਉਣ ਵਾਲੀ ਹੈ 13 ਅਪ੍ਰੈਲ ਤੋਂ ਬਾਅਦ ਪੰਜਾਬ ਦੀਆਂ ਮੰਡੀਆਂ ਦੇ ਵਿੱਚ, ਉਸੇ ਨੂੰ ਲੈ ਕੇ ਸਿੱਧੀ ਪੇਮੈਂਟ ਦਾ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਹੈ ਉਹ ਵੀ ਬਣ ਚੁੱਕਿਆ ਹੈ कि केंद्र सरकार चाहती है कि सीधा पैसा किसानों के खात्यां विच जावे, लेकिन पंजाब सरकार चाहती है कि थ्रू आड़तियां दे वो पैसा किसानों के खात्यां विच जावे। फिलहाल साडे नाल गल करन वास्ते मौजूद ने पंजाब के खुराक मंत्री भारत भूषण आशू जी, ये दसो कि लगातार ही किसानों नूं लैके पंजाब अते केंद्र सरकार आमने सामने खड़ी दिखाई भी दे रही है तो एक वड्डी चुनौती है जिहड़ी कणक की जिहड़ी फसल है उहनूं चकना ते उत्थे तक पहुँचाना जिथे तक केंद्र सरकार चाहती है। ਜਿਹੜਾ ਰੇੜਕਾ ਬਣਿਆ ਹੋਇਆ ਨਾ ਜੀ, ਇਹ ਬੜਾ ਬੇਮਾਨੀ ਜਿਹਾ ਉਹ ਚਾਹੁੰਦੇ ਆ ਪੇਮੈਂਟ ਜਿਹੜੀ ਡਾਇਰੈਕਟ ਹੈ ਕਿਸਾਨਾਂ ਨੂੰ ਦਿੱਤੀ ਜਾਏ। ਅਸੀਂ ਕਿਸਾਨਾਂ ਨੂੰ ਆਲਰੇਡੀ ਡਾਇਰੈਕਟ ਪੇਮੈਂਟ ਦੇ ਰਹੇ ਹਾਂ, ਪਰ ਸਾਡੇ APMC ਐਕਟ ਦੇ ਵਿੱਚ ਪ੍ਰੋਵੀਜ਼ਨ ਹੈ ਵੀ ਅਸੀਂ ਆੜਤੀਆਂ ਦੇ ਥਰੂ ਉਹਨਾਂ ਨੂੰ ਦੇਣੀ ਹੈ ਤੇ ਅਸੀਂ ਉਹੀ ਕੰਮ ਕਰਦੇ ਹਾਂ। ਸਾਡੇ ਪੋਰਟਲ ਤੇ ਬਿਲਕੁਲ ਕਲੀਅਰ ਜਦੋਂ ਮਰਜ਼ੀ ਉਹ ਓਪਨ ਔਰ ਟਰਾਂਸਪੇਰੈਂਟ ਪੋਰਟਲ ਹੈ, ਇੰਟੈਗਰੇਟ ਕਰਤਾ ਅਸੀਂ PFMS ਸਿਸਟਮ ਨਾਲ, ਜਦੋਂ ਮਰਜ਼ੀ ਜਦੋਂ ਮਰਜ਼ੀ ਸਰਕਾਰ ਚੈੱਕ ਕਰ ਲੇ। ਪਰ ਜਿਹੜੀ ਸੈਂਟਰ ਗਵਰਨਮੈਂਟ ਇਸ ਵੇਲੇ ਜਿੱਦ ਕਰਕੇ ਬੈਠ ਗਈ, ਉਹ ਵੀ ਇਸ ਮੌਕੇ ਤੇ ਜਦੋਂ ਕਿਸਾਨ ਐਜੀਟੇਸ਼ਨ ਪੂਰੇ ਜ਼ੋਰਾਂ ਤੇ ਚੱਲਦਾ ਪਿਆ ਵੀ ਅਸੀਂ ਡਾਇਰੈਕਟ ਪੇਮੈਂਟ ਕਿਸਾਨਾਂ ਨੂੰ ਦੇਣੀ ਹੈ, ਅਸੀਂ ਕਿਸਾਨਾਂ ਦਾ ਹੱਕ ਕਿਸਾਨਾਂ ਤੱਕ ਪਹੁੰਚਾਉਣਾ ਹੈ। ਤੇ ਪੰਜਾਬ ਸਰਕਾਰ ਪਹਿਲਾਂ ਤੋਂ ਹੀ ਇਸ ਗੱਲ ਨੂੰ ਇਨਸ਼ੋਰ ਕਰਕੇ ਰੱਖਦੀ ਹੈ। ਇੱਕ ਪੰਜਾਬ ਹੀ ਹੈ ਜਿੱਥੇ ਜਦੋਂ ਦੀ 2017 ਦੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਆਈ ਹੈ, ਕਿਸਾਨ ਨੂੰ 48 ਘੰਟੇ ਤੋਂ ਵੀ ਘੱਟ ਟਾਈਮ ਦੇ ਵਿੱਚ ਪੇਮੈਂਟ ਦਿੱਤੀ ਜਾਂਦੀ, ਪੂਰੀ ਪੇਮੈਂਟ ਦਿੱਤੀ ਜਾਂਦੀ। ਪਹਿਲਾਂ ਥਰੂ ਚੈੱਕਸ ਜਾਂਦੀ ਸੀ, ਹੁਣ ਪਿਛਲੀਆਂ 2 ਫਸਲਾਂ ਤੋਂ ਅਸੀਂ RTGS ਰਾਹੀਂ ਜਿਸ ਤਰੀਕੇ ਸੈਂਟਰ ਗਵਰਨਮੈਂਟ ਚਾਹੁੰਦੀ ਹੈ ਉੱਦਾਂ ਹੀ ਦਿੰਦੇ ਹਾਂ, ਪਰ ਦਿੰਦੇ ਥਰੂ ਆੜਤੀਆਜ਼ ਆ, ਕਿਉਂਕਿ ਸਾਡੇ APMC ਐਕਟ ਕਹਿੰਦਾ। ਇੱਕ ਪਾਸੇ ਤਾਂ ਸੈਂਟਰ ਗਵਰਨਮੈਂਟ ਜਦੋਂ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਦੀ ਹੈ ਉਦੋਂ ਕਹਿ ਦਿੰਦੀ ਹੈ ਵੀ ਅਸੀਂ ਮੰਡੀਕਰਨ ਸਿਸਟਮ ਵੀ ਰੱਖਾਂਗੇ, ਅਸੀਂ APMC ਐਕਟ ਦਾ ਸਤਿਕਾਰ ਵੀ ਕਰਾਂਗੇ, ਪਰ ਸਾਨੂੰ ਕਹਿ ਦਿੰਦੀ ਹੈ ਵੀ APMC ਐਕਟ ਅਮੈਂਡ ਕਰੋ, ਅਸੀਂ ਪੇਮੈਂਟ ਆੜਤੀਆਂ ਨੂੰ ਨਹੀਂ ਦੇਣੀ, ਥਰੂ ਸਿੱਧੀ ਕਿਸਾਨਾਂ ਨੂੰ ਦੇਣੀ ਹੈ। ਅਸੀਂ ਕਹਿੰਦੇ ਹਾਂ ਵੀ ਸਾਰੀ ਚੀਜ਼ ਤੁਸੀਂ ਕਿਸਾਨ ਆੜਤ ਵੀ ਤਾਂ ਦੇਣੀ ਹੈ, ਉਹ ਆੜਤ ਵੀ ਉਸੇ ਪੋਰਟਲ 'ਤੇ ਰਵੇ ਅਤੇ ਕਿਸਾਨ ਦੀ ਪੇਮੈਂਟ ਵੀ ਉਸ ਪੋਰਟਲ 'ਤੇ ਰਵੇ, ਸਾਰੀ ਚੇਨ ਇਸ ਤਰੀਕੇ ਨਜ਼ਰ ਆਵੇ। ਤੁਹਾਨੂੰ ਜਿੱਥੋਂ ਚੈੱਕ ਕਰਨਾ, ਜਦੋਂ ਚੈੱਕ ਕਰਨਾ, ਆਰਾਮ ਨਾਲ ਪੋਰਟਲ ਖੋਲ੍ਹੋ, ਘਰ ਬੈਠੇ ਚੈੱਕ ਕਰ ਲਓ, ਆਪਣੇ ਦਿੱਲੀ ਬੈਠੇ ਚੈੱਕ ਕਰ ਲਓ ਵੀ ਕਿਤੇ ਕੋਈ ਗੜਬੜ ਤਾਂ ਨਹੀਂ ਹੋ ਰਹੀ। ਟਰਾਂਸਪੇਰੈਂਸੀ ਪੂਰੀ ਰੱਖੀ ਹੋਈ ਹੈ। ਪਰ ਠੀਕ ਹੈ, ਇਸ ਮੌਕੇ 'ਤੇ ਉਹਨਾਂ ਨੇ ਕਿਹਾ, ਅਸੀਂ CM ਸਾਹਿਬ ਦੇ ਗੱਲਬਾਤ ਤੋਂ ਬਾਅਦ HM ਸਾਹਿਬ ਨੂੰ, ਹੋਮ ਮਿਨਿਸਟਰ ਸਾਹਿਬ ਨੂੰ ਮਿਲੇ ਸੀਗੇ, ਉਹਨਾਂ ਨਾਲ ਬੜੀ ਪੋਜ਼ੀਟਿਵ ਗੱਲਬਾਤ ਹੋਈ ਸੀਗੀ। ਉਹਨਾਂ ਨੇ ਜਿਸ ਤਰੀਕੇ ਦਾ ਕਿਹਾ ਵੀ ਹਰਿਆਣਾ ਮਾਡਲ ਅਤੇ ਆਪਸ਼ਨਲ ਮਾਡਲ ਅਸੀਂ ਤੁਹਾਨੂੰ ਦੇ ਸਕਦੇ ਹਾਂ, ਕੀ ਤੁਸੀਂ ਕੰਸੈਂਟ ਦੇਣੇ ਹੋ। ਅਤੇ ਅਸੀਂ CM ਸਾਹਿਬ ਦੇ ਬਿਹਾਫ 'ਤੇ ਮੈਂ ਕੰਸੈਂਟ ਦੇ ਕੇ ਆਇਆ ਸੀਗਾ ਉੱਥੇ, ਤਾਂ ਉਹ ਕਹਿੰਦੇ ਸੀ ਅਸੀਂ ਰਿਟਨ ਕਮਿਊਨੀਕੇਸ਼ਨ ਦੇ ਦਿਆਂਗੇ, ਪਰ ਹਾਲੇ ਤਾਈਂ ਉਹ ਕਮਿਊਨੀਕੇਸ਼ਨ ਤਾਂ ਮਿਲੀ ਨਹੀਂ। ਉਲਟਾ ਇਹ ਜ਼ਰੂਰ ਕਿਹਾ ਜਾ ਰਿਹਾ ਵੀ ਅਗਰ ਤੁਸੀਂ ਸਿੱਧੀ ਪੇਮੈਂਟ ਨਹੀਂ ਕਰੋਗੇ ਤਾਂ ਅਸੀਂ ਮੰਨਾਂਗੇ ਨਹੀਂ। ਆਉਣ ਵਾਲੇ ਟਾਈਮ 'ਚ ਗੱਲਬਾਤਾਂ ਹੋਣਗੀਆਂ, ਸਾਡੇ ਕੋਲ 15 ਦਿਨ ਦਾ ਟਾਈਮ ਹੈਗਾ, ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਸਾਰਾ ਸਿਸਟਮ ਇਨ ਪਲੇਸ ਕਰ ਲਾਂਗੇ। ਲੇਕਿਨ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੀ ਪੇਮੈਂਟ ਵਾਸਤੇ ਜਿਹੜੀ ਗ੍ਰਾਂਟ ਹੁੰਦੀ ਹੈਗੀ ਆ ਬੈਂਕ ਵੱਲੋਂ ਜਾਂ ਕੇਂਦਰ ਸਰਕਾਰ ਦੇ ਵੱਲੋਂ, ਉਹਨੂੰ ਹਰੀ ਝੰਡੀ ਹਾਲੇ ਤੱਕ ਨਹੀਂ ਮਿਲੀ ਹੈਗੀ। ਜਿਹੜੀ CCL ਹੈ, CCL ਮੋਰ ਔਰ ਲੈਸ ਸਾਡੇ ਕਾਗਜ਼ਾਂ 'ਤੇ ਡਿਪੈਂਡ ਕਰਦੀ ਹੈ। ਸਾਡੀ ਪਿਛਲੀ ਫਸਲ ਦਾ ਕੀ ਹਿਸਾਬ ਕਿਤਾਬ ਹੈ, ਗੈਪ ਕਿੰਨਾ ਹੈ, ਸਟੇਟ ਗਵਰਨਮੈਂਟ ਨੇ ਭਰਤਾ ਕਿ ਨਹੀਂ ਭਰਤਾ, ਉਹਦੇ ਹਿਸਾਬ ਨਾਲ ਉਹਦੇ ਸੈਂਟਰ ਗਵਰਨਮੈਂਟ ਦਾ ਬਹੁਤ ਵੱਡਾ ਹੱਥ ਤਾਂ ਹੁੰਦਾ ਆ, ਪਰ ਬੇਸਿਕ ਚੀਜ਼ ਇਹ ਹੁੰਦੀ ਹੈ ਵੀ ਸਾਡੇ ਖਾਤੇ ਕਲੀਅਰ ਹੈ ਕਿ ਨਹੀਂ ਹੈ। ਉਹ ਅਸੀਂ ਸਾਰਾ ਕੁਛ ਉਹਦੇ 'ਤੇ ਕੰਮ ਕਰਦੇ ਪਏ ਹਾਂ। ਅਸੀਂ ਛੇਤੀ ਮੂਵਮੈਂਟ ਕਰਦੇ ਪਏ ਹਾਂ ਵੀ 18-19 ਦੀ ਕਣਕ ਕੱਢ ਦਈਏ ਤਾਂ ਕਿ ਸਾਡੇ 'ਤੇ ਸਾਡਾ ਕੋਈ ਗੈਪ ਨਾ ਆਵੇ, ਸਾਡੇ ਗੈਪ ਸਾਰੇ ਜਿੰਨੀਆਂ ਸਕੁਏਅਰ ਅਪ ਹੋ ਜਾਣ ਸਾਡੀਆਂ ਸਾਡੀ CCL ਆ ਜਾਏ। CCL ਦੀ ਪੇਮੈਂਟ ਕਿਵੇਂ ਕਰਨੀ ਹੈ, ਉਹ ਪ੍ਰੋਵੀਜ਼ਨਲ ਕਾਸਟ ਸ਼ੀਟ ਆਉਂਦੀ ਹੈ। ਇਹ ਟੈਕਨੀਕਲ ਚੀਜ਼ ਹੈ। ਪ੍ਰੋਵੀਜ਼ਨਲ ਕਾਸਟ ਸ਼ੀਟ ਸਾਡੇ ਕੋਲ ਆ ਚੁੱਕੀ ਹੈ। ਅਸੀਂ ਉਹਦੇ ਹਿਸਾਬ ਨਾਲ MSP ਜਿੰਨੀ ਸੈਂਟਰ ਗਵਰਨਮੈਂਟ ਨੇ ਕਰੀ ਹੈ ਉਹਦੇ ਹਿਸਾਬ ਨਾਲ ਅਸੀਂ ਪੇਮੈਂਟ ਸ਼ੁਰੂ ਕਰ ਦੇਣੀ ਹੈ। ਉਹਦੇ ਵਿੱਚ ਟਰਾਂਸਪੋਰਟ ਕੰਪੋਨੈਂਟ ਹੈ, ਉਹਦੇ 'ਚ ਲੇਬਰ ਕੰਪੋਨੈਂਟ ਹੈ, ਉਹਦੇ 'ਚ ਆੜਤੀਆ ਕੰਪੋਨੈਂਟ ਹੈ, ਉਹਦੇ 'ਚ ਮਾਰਕੀਟ ਫੀਸ ਹੈ, ਉਹਦੇ 'ਚ ਰੂਰਲ ਡਿਵੈਲਪਮੈਂਟ ਫੀ, ਉਹਦੇ 'ਚ ਕਈ ਤਰ੍ਹਾਂ ਦੇ ਕੰਪੋਨੈਂਟ ਹੁੰਦੇ ਅਤੇ ਅਸੀਂ ਉਸ ਜਿਹੜੀ ਪ੍ਰੋਵੀਜ਼ਨਲ ਕਾਸਟ ਸ਼ੀਟ ਹੈ PCS ਜਿਹਨੂੰ ਅਸੀਂ ਕਹਿੰਦੇ, ਉਹਦੇ ਹਿਸਾਬ ਨਾਲ ਅਸੀਂ ਪੇਮੈਂਟ ਕਰਦੇ। ਲੇਕਿਨ ਜੇ CCL ਲਿਮਿਟ ਨਹੀਂ ਦਿੱਤੀ ਸੈਂਟਰ ਗੌਰਮੈਂਟ ਨੇ, ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਜਿਹੜੀ ਸਿੱਧੀ ਪੇਮੈਂਟ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਕੀਤੀ ਜਾਊਗੀ, ਅਤੇ ਕਿਤੇ ਨਾ ਕਿਤੇ ਲੱਗ ਨਹੀਂ ਰਿਹਾ ਕਿ ਹਾਲੇ ਵੀ ਜਿਹੜਾ ਰੇੜਕਾ ਹੈਗਾ ਜਾਰੀ ਰਹੂਗਾ ਅਤੇ ਉਹਦੇ ਵਿੱਚ ਪਿਸੂਗਾ ਕਿਸਾਨ ਹੀ।
ਕੋਈ ਕਿਸਾਨ ਨੂੰ ਪਿਸਣ ਨਹੀਂ ਦਿੱਤਾ ਜਾਊਗਾ। ਇਹ ਰੇੜਕਾ ਕੋਈ ਰਹੇਗਾ ਨਹੀਂ। ਇਹ ਕਿਸਾਨ ਦੇ ਬਿਹਾਫ ਤੇ ਉਹਨਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਅਸੀਂ ਜਿੰਨੀ ਕਿਸਾਨਾਂ ਵਾਸਤੇ ਮਿਹਨਤ ਕਰ ਸਕੇ, ਜੋ ਲੜਾਈ ਲੜ ਸਕੇ, ਉਹ ਜ਼ਰੂਰ ਉਸ ਲੈਵਲ ਤੇ ਲੜੀ ਜਾਏਗੀ। ਕਿਸਾਨ ਜਥੇਬੰਦੀਆਂ, ਆੜ੍ਹਤੀਆ ਵੀ ਇਸ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਵੀ ਪੰਜਾਬ ਸਰਕਾਰ ਉਹਨਾਂ ਵਾਸਤੇ ਮਿਹਨਤ ਕਰ ਰਹੀ ਹੈ, ਉਹਨਾਂ ਦੇ ਹਿੱਤਾਂ ਦੀ ਰੱਖਿਆ ਲਈ ਲੜ ਵੀ ਰਹੀ ਹੈ। ਜਿੱਥੇ ਤਾਈਂ ਹੋ ਸਕਿਆ ਅਸੀਂ ਪ੍ਰੋਟੈਕਟ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਹਰਸਿਮਰਤ ਕੌਰ ਬਾਦਲ ਨੇ ਇਹ ਇਸ਼ੂ ਵੀ ਚੱਕਿਆ ਸੀਗਾ ਤੇ ਉੱਥੇ ਇੱਕ ਲੈਟਰ ਦਿਖਾਇਆ ਗਿਆ ਜਿਹਦੇ ਵਿੱਚ ਕਿਹਾ ਗਿਆ ਕਿ ਤੁਸੀਂ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸੈਂਟਰ ਦੀ ਸਪੋਰਟ ਕੀਤੀ ਹੈਗੀ ਔਰ ਸਪੋਰਟ ਦੇ ਵਿੱਚ ਇਹ ਚੀਜ਼ ਪੁੱਛੋ ਵੀ ਪਿਛਲੇ 2.5-3 ਸਾਲ ਤੋਂ ਹਰਸਿਮਰਤ ਕੌਰ ਕੈਬਨਿਟ ਦੇ ਵਿੱਚ ਹੀ ਸਨ, ਸਰਕਾਰ ਦਾ ਹਿੱਸਾ ਸਨ ਤੇ 2.5-3 ਸਾਲ ਤੋਂ ਹੀ ਇਹ ਰੇੜਕਾ ਚੱਲਦਾ ਪਿਆ ਵੀ ਡਾਇਰੈਕਟ ਪੇਮੈਂਟ ਕਰੋ, ਡਾਇਰੈਕਟ ਪੇਮੈਂਟ ਕਰੋ। ਅਸੀਂ ਕਹਿ ਰਹੇ ਹਾਂ ਅਸੀਂ ਆਪਣੇ APMC ਐਕਟ ਦੇ ਮੁਤਾਬਕ ਕਰਨੀ ਹੈ। ਹਰਸਿਮਰਤ ਕੌਰ ਬਾਦਲ ਜੀ ਨੇ ਕਿਸਾਨਾਂ, ਆੜ੍ਹਤੀਆਂ ਜਾਂ ਇੱਥੇ ਦੇ ਸਟੇਕ ਹੋਲਡਰਾਂ ਲਈ ਇੱਕ ਵੀ ਮੀਟਿੰਗ ਉੱਥੇ ਦੇ ਫੂਡ ਮਿਨਿਸਟਰ ਨਾਲ ਕੀਤੀ ਸੀ? ਅੱਜ ਜਦੋਂ ਸਾਰੀਆਂ ਗੱਲਾਂ ਹਰਸਿਮਰਤ ਕੌਰ ਉਹਨਾਂ ਨੂੰ ਯਾਦ ਕਦੋਂ ਆਈਆਂ? ਜਦੋਂ ਤਾਈਂ ਅਕਤੂਬਰ ਤਾਈਂ ਤਾਂ ਪੈਰਵਾਈ ਕਰਤੀ ਪੂਰੀ ਇਹ ਸਾਰੇ ਸਿਸਟਮ ਦੀ, ਜੋ ਸੈਂਟਰ ਗਵਰਨਮੈਂਟ ਸਖਤੀਆਂ ਕਰਦਾ ਪਿਆ ਉਹਨਾਂ ਦੇ ਨਾਲ ਖੜ ਗਏ। ਹਰਸਿਮਰਤ ਕੌਰ ਉਹਨਾਂ ਨੂੰ ਪੁੱਛੋ ਬਈ ਆੜ੍ਹਤੀਆਂ ਦੀ 2.5% ਤੋਂ ਪਿਛਲੇ ਸਾਲ ਘਟਾ ਕੇ ਉਹਨਾਂ ਨੇ 46 ਰੁਪਏ ਕਰਤੀ ਸੀਗੀ, 2 ਰੁਪਏ 13 ਪੈਸੇ ਆੜ੍ਹਤ ਘਟਾਤੀ ਸੀ, ਤੁਸੀਂ ਬੋਲੇ ਜੀ? ਅਸੀਂ ਤਾਂ ਸਟੇਟ ਗਵਰਨਮੈਂਟ ਤਾਂ ਉਹਨਾਂ ਨਾਲ ਲੜ ਰਹੀ ਹੈ ਵੀ ਉਹਨਾਂ ਦਾ ਪੈਸਾ ਉਹਨਾਂ ਨੂੰ ਪੂਰਾ ਦਿਓ। ਅੱਜ ਉਹਨਾਂ ਨੂੰ ਆੜ੍ਹਤੀਆਂ ਦੀ ਯਾਦ ਆ ਗਈ, ਅੱਜ ਉਹਨਾਂ ਨੂੰ ਕਿਸਾਨਾਂ ਦੀ ਯਾਦ ਆ ਗਈ। ਪਹਿਲਾਂ ਆਰਡੀਨੈਂਸ ਇਸ਼ੂ ਕਰਾ ਤੇ ਕੈਬਨਿਟ 'ਚ ਬੈਠ ਕੇ ਪਾਰਲੀਮੈਂਟ 'ਚ ਉਹਨਾਂ ਦਾ ਹਿੱਸਾ ਬਣ ਕੇ ਪਾਸ ਕਰਵਾ ਦਿੱਤੇ। ਹੁਣ ਇੱਕੋ ਦਮ ਜਦੋਂ ਜੁੱਤੀਆਂ ਪੈਣ ਦਾ ਟਾਈਮ ਆਇਆ ਫਿਰ ਫਟਾਫਟ ਚੀਚੀ ਉਂਗਲੀ ਤੇ ਚੀਰਾ ਲਾ ਕੇ ਆਪ ਸ਼ਹੀਦ ਬਣਨ ਨੂੰ ਫਿਰਦੇ ਹੋ ਤੁਸੀਂ ਅੱਜ ਤਾਈਂ 2 ਸਾਲ 2.5 ਸਾਲ ਤੋਂ ਜੋ ਸੈਂਟਰ ਗਵਰਨਮੈਂਟ ਹੌਲੀ ਸਖਤੀ ਕਰਦੀ ਆ ਰਹੀ ਸੀਗੀ ਉਹਦੇ ਹਿੱਸਾ ਸੀਗੇ। ਅੱਜ ਤੁਸੀਂ ਉਹ ਚਿੱਠੀਆਂ ਪਤਾ ਨਹੀਂ ਕਿਹੜੀਆਂ ਦਿਖਾ ਰਹੇ ਹੋ। ਨਾ ਕਦੀ FM ਸਾਹਿਬ ਨੇ ਕੁਝ ਲਿਖ ਕੇ ਦਿੱਤਾ, ਨਾ ਕਦੀ FSM ਨੇ ਲਿਖ ਕੇ ਦਿੱਤਾ ਵੀ ਅਸੀਂ ਕੁਝ ਕਰਾਂਗੇ। ਹਾਂ, ਅਸੀਂ ਰਿਲੈਕਸੇਸ਼ਨਾਂ ਵਾਸਤੇ ਜ਼ਰੂਰ ਜਾਂਦੇ ਹਾਂ ਵੀ ਅਸੀਂ ਸਾਡੇ ਵੱਲੋਂ ਆਹ ਸਾਡਾ ਸਟੈਂਡ ਹੈ। ਉਹ ਗੱਲਾਂ ਬਾਤਾਂ ਜ਼ਰੂਰ ਜਾਰੀ ਰਹਿੰਦੀਆਂ ਬਈ ਤੁਸੀਂ ਸਿੱਧੀ ਪੇਮੈਂਟ ਕਰਦੇ ਹੋ। ਹਾਂ, ਅਸੀਂ ਵੀ ਸਿੱਧੀ ਪੇਮੈਂਟ ਕਰ ਰਹੇ ਹਾਂ ਪਰ ਅਸੀਂ ਥਰੂ ਆੜ੍ਹਤੀਆਜ਼ ਕਰ ਰਹੇ ਹਾਂ। ਤੁਸੀਂ ਕਹਿੰਦੇ ਹੋ ਆੜ੍ਹਤੀਆਂ ਨੂੰ ਬਾਹਰ ਕੱਢ ਦਿਓ। ਇਸ ਕੰਮ ਵਾਸਤੇ ਅਸੀਂ ਹਮੇਸ਼ਾ ਜਾਂਦੇ ਰਹੇ ਹਾਂ। ਇਸ ਕੰਮ ਵਾਸਤੇ ਹਰ ਸੀਜ਼ਨ ਤੇ CM ਸਾਹਿਬ ਲੈਟਰ ਲਿਖਦੇ ਰਹੇ ਆ ਮੋਦੀ ਸਾਹਿਬ ਨੂੰ, ਉਹ ਵੀ ਕੱਢ ਕੇ ਦੇਖ ਲਓ। ਇਹ ਤਾਂ ਕੋਈ ਨਵੀਂ ਗੱਲ ਨਹੀਂ ਹੈ। ਪਰ ਲੱਗ ਨਹੀਂ ਰਿਹਾ ਕਿ ਇਹਦੇ ਵਿੱਚ ਜਿਹੜਾ ਘੱਟ ਜ਼ਮੀਨ ਵਾਲਾ ਜਾਂ ਕਿਸਾਨ ਹੈਗਾ ਉਹ ਪਿਸ ਜੂਗਾ ਜੇਕਰ ਡਾਇਰੈਕਟ ਪੇਮੈਂਟ ਵੀ ਆਉਂਦੀ ਹੈ ਜਾਂ ਜਿਹੜਾ ਠੇਕੇ 'ਤੇ ਲੈਂਦਾ ਹੈਗਾ, ਕਿਉਂਕਿ ਉਹਦੇ ਵਿੱਚ ਪ੍ਰੋਵੀਜ਼ਨ ਹੈਗੀ ਕਿ ਜਿਹੜੇ ਜ਼ਮੀਨ ਦੇ ਮਾਲਕ ਹੋਣਗੇ ਉਹਨਾਂ ਦੇ ਕੋਲ ਹੀ ਪੇਮੈਂਟ ਆਊਗੀ। ਇਹ ਹੁਣ ਦੂਸਰੀ ਚੀਜ਼ ਹੈ। ਇਹ ਦੂਸਰੀ ਚੀਜ਼ ਹੁਣ ਜਿਹੜੀ ਰੀਸੈਂਟ ਚਿੱਠੀ ਆਈ ਹੈ ਵੀ ਲੈਂਡ ਰਿਕਾਰਡ ਸਭ ਦਾ ਸਬਮਿਟ ਕਰਾਓ। ਇਸ ਮੌਕੇ ਤੇ ਪਹਿਲਾਂ ਤਾਂ ਲੈਂਡ ਰਿਕਾਰਡ ਹੀ ਸਬਮਿਟ ਕਰਾਉਣਾ ਬਹੁਤ ਔਖਾ ਹੈ, ਕਿਸਾਨਾਂ ਤੋਂ ਮੰਗਣਾ ਬਹੁਤ ਔਖਾ ਹੈ। ਲੈਂਡ ਰਿਕਾਰਡ ਇੱਕ ਫਰਦ 25 ਰੁਪਏ ਦੀ ਹੈ, ਸਰਕਾਰੀ ਫੀਸ ਹੀ ਹੈ ਉਹਦੀ। ਸਾਰੇ ਇੰਨੇ ਲੱਖ ਕਿਸਾਨਾਂ ਨੂੰ ਕਹੋਗੇ ਆਪਣੀਆਂ ਫਰਦਾਂ ਕੱਢ ਲਿਆਓ ਤਾਂ ਕਿੰਨੇ ਲੱਖ ਦਾ ਬੋਝ ਉਹਨਾਂ 'ਤੇ ਪਾਤਾ ਤੁਸੀਂ ਜੀ। ਫਿਰ 15 ਦਿਨਾਂ ਦੇ ਵਿੱਚ ਇਹ ਤੁਸੀਂ ਅਪਲੋਡ ਕਰ ਦੋਗੇ ਸਾਰਾ ਰਿਕਾਰਡ। ਇਹ ਸਾਰੀਆਂ ਚੀਜ਼ਾਂ ਵਾਸਤੇ ਤੁਹਾਨੂੰ ਪਹਿਲਾਂ ਡਿਸਕਸ਼ਨ ਕਰਨੀ ਪੈਂਦੀ ਹੈ। ਤੁਸੀਂ ਪਹਿਲਾਂ ਸਟੇਟ ਨਾਲ ਡਿਸਕਸ਼ਨ ਕਰੋ, ਫਿਰ ਤੁਸੀਂ ਸਟੇਕ ਹੋਲਡਰਸ ਨਾਲ ਕਰੋ। ਉਹਦੇ ਵਾਸਤੇ ਪ੍ਰੋਪਰ ਟਾਈਮ ਦਿਓ। ਉਸ ਟਾਈਮ ਦੇ ਵਿੱਚ ਸਾਰਾ ਕੰਮ ਕੰਪਲੀਟ ਹੋ ਜਾਏ ਤੇ ਤੁਸੀਂ ਪ੍ਰੋਕਿਉਰਮੈਂਟ ਤੋਂ 10-15 ਦਿਨ ਪਹਿਲਾਂ ਇਹ ਚਿੱਠੀ ਕੱਢ ਦਿੰਦੇ ਹੋ। ਇਹ ਤਾਂ ਸਰਾਸਰ ਤੁਹਾਡੀ ਮਨਸ਼ਾ ਲੱਗਦੀ ਹੈ ਵੀ ਤੁਸੀਂ ਟਾਰਗੇਟ ਕਰਨਾ, ਤੁਸੀਂ ਤੰਗ ਕਰਨਾ ਹੈ। ਨਹੀਂ ਤਾਂ ਹਰ ਚੀਜ਼ ਵਾਸਤੇ ਸਭ ਤੋਂ ਪਹਿਲਾਂ ਕਮੈਂਟਸ ਮੰਗੇ ਜਾਂਦੇ ਆ, ਫਿਰ ਉਹਦੇ ਬਾਅਦ ਡਿਸਕਸ਼ਨ ਹੁੰਦੀ ਹੈ। ਫਿਰ ਅਗਰ ਕੋਈ ਪੋਲੀਟੀਕਲ ਲੈਵਲ ਤੇ ਇੰਟਰਫੇਰੈਂਸ ਦੀ ਲੋੜ ਹੁੰਦੀ ਹੈ ਤਾਂ ਪੋਲੀਟੀਕਲ ਬੰਦੇ ਆਪਸ 'ਚ ਡਿਸਕਸ ਕਰਦੇ ਆ। ਆਸ਼ੂ ਜੀ, ਇਹ ਨਹੀਂ ਲੱਗ ਰਿਹਾ ਹੈਗਾ ਕਿ ਜਿਸ ਤਰ੍ਹਾਂ ਹਰ ਰੋਜ਼ ਕੋਈ ਨਾ ਕੋਈ ਨਵੀਂ ਚਿੱਠੀ ਸਟੇਟ ਗਵਰਨਮੈਂਟ ਨੂੰ ਭੇਜ ਦਿੱਤੀ ਜਾਂਦੀ ਹੈ ਤੇ ਤੁਹਾਡੇ ਸਾਹਮਣੇ ਇੱਕ ਬਹੁਤ ਵੱਡਾ ਟਾਰਗੇਟ ਦਿਖਾਈ ਦੇ ਰਿਹਾ ਹੋਵੇ? ਠੀਕ ਹੈ, ਤੁਸੀਂ ਕਹਿੰਦੇ ਹੋ ਸਾਡੇ ਮੂਹਰੇ ਚੈਲੰਜ ਪੂਰੇ ਨੇ, ਸਾਡੇ ਮੂਹਰੇ ਚੈਲੰਜ ਨੇ ਅਸੀਂ ਅਗਲੀ ਪ੍ਰੋਕਿਉਰਮੈਂਟ ਕਿਵੇਂ ਕਰਨੀ ਹੈ। ਪਰ CM ਸਾਹਿਬ ਦੀ ਬਿਲਕੁਲ ਕਲੈਰਿਟੀ ਹੈ। ਉਹਨਾਂ ਨੇ ਸਾਨੂੰ ਔਰ ਥੱਲੇ ਬਿਊਰੋਕ੍ਰੇਸੀ ਨੂੰ ਪੂਰੀ ਡਾਇਰੈਕਸ਼ਨ ਦੇ ਰੱਖੀ ਹੈ ਬਈ ਜੋ ਵੀ ਗੱਲਬਾਤ ਚੱਲੇ ਉਹਦਾ ਅਸਰ ਪ੍ਰੋਕਿਉਰਮੈਂਟ 'ਤੇ ਨਹੀਂ ਪੈਣਾ ਚਾਹੀਦਾ। ਪ੍ਰੋਕਿਉਰਮੈਂਟ ਬਗੈਰ ਹੈਸਲ ਫਰੀ ਪ੍ਰੋਕਿਉਰਮੈਂਟ ਬਗੈਰ ਕਿਸੇ ਵਿੱਚ ਕੋਈ ਝਮੇਲੇ ਤੋਂ ਇਹ ਪੂਰੀ ਹੋਣੀ ਚਾਹੀਦੀ ਹੈ। ਕਿਸੇ ਕਿਸਾਨ ਨੂੰ, ਕਿਸੇ ਆੜ੍ਹਤੀਆਂ ਨੂੰ ਨਾ ਉਹਨਾਂ ਦੀ ਫਸਲ ਚੱਕਣੋਂ, ਨਾ ਉਹਨਾਂ ਦੀ ਪੇਮੈਂਟ ਖਣੀਓ ਕੋਈ
ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਣੀ ਚਾਹੀਦੀ। ਔਰ ਮਹਿਕਮਾ ਕਿਸ ਤਰੀਕੇ CCL ਲਿਆਉਣੀਆਂ, ਕਿਸ ਤਰੀਕੇ ਬੋਰੀਆਂ ਦਾ ਇੰਤਜ਼ਾਮ ਕਰਨਾ, ਕਿਉਂਕਿ ਬੋਰੀਆਂ ਸਾਰੇ ਹਿੰਦੁਸਤਾਨ 'ਚ ਜੂਟ ਖਤਮ ਹੋਈ ਆ। ਅਸੀਂ PP ਬੈਗਸ ਪ੍ਰੋਕਿਓਰ ਕਰ ਰਹੇ ਹਾਂ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਵਨਸ ਯੂਜ਼ਡ ਬਾਰਦਾਨਾ ਉਹਦੀ ਪਰਮਿਸ਼ਨਾਂ ਲੈ ਰਹੇ ਹਾਂ। ਇਹ ਸਾਰਾ ਕੰਮ ਕਰਕੇ ਰੱਖੀਏ। ਅਸੀਂ ਉਹਨਾਂ ਨੂੰ ਮੁਸ਼ਕਿਲ ਨਾ ਛੋਟੇ ਕਿਸਾਨ ਨੂੰ ਨਾ ਵੱਡੇ ਕਿਸਾਨ ਨੂੰ ਆ ਦਿਆਂਗੇ, ਪਰ ਜਿਹੜੀਆਂ ਮੁਸ਼ਕਿਲਾਂ ਉਹਨਾਂ ਦੇ ਨਾਲ ਹੈ ਉਹ ਮੁਸ਼ਕਿਲਾਂ ਤਾਂ ਇਹਦੇ ਤੇ ਨਹੀਂ ਹੈ। ਸਾਡੀ ਪਿਛਲੀ ਜਿਹੜੀ ਪੈਡੀ ਅਸੀਂ ਪ੍ਰੋਕਿਓਰ ਕੀਤੀ ਹੋਈ ਹੈ, ਉਹਦੀ ਜਿਹੜੀ ਮਿਲਿੰਗ ਕਰਨੀ ਹੈ, ਚਾਵਲ ਉਹਨਾਂ ਨੂੰ ਦੇਣਾ, ਉਹਦੇ ਤੇ ਸਾਡੀ ਮਿਲਿੰਗ ਬੰਦ ਪਈ ਹੈ। ਉਹਦੇ ਤੇ ਉਹਨਾਂ ਨੇ ਫੋਰਟੀਫਿਕੇਸ਼ਨ ਹੈ, ਉਹਦੀ ਕੋਈ ਰਿਸਟ੍ਰਿਕਸ਼ਨ ਲਾਤੀ ਵੀ ਅਸੀਂ 7 ਲੱਖ ਫੋਰਟੀਫਿਕੇਸ਼ਨ ਵਾਲਾ ਚਾਵਲ ਲੈਣਾ। ਫੋਰਟੀਫਿਕੇਸ਼ਨ ਵਾਲਾ ਤਾਂ ਸਿਰਫ 7 ਲੱਖ ਮੀਟ੍ਰਿਕ ਟਨ ਲੈਣਾ, ਤੁਸੀਂ ਰੋਕੀ ਬੈਠੇ ਹੋ 22 ਲੱਖ ਮੀਟ੍ਰਿਕ ਟਨ। ਇਹਦੇ ਤੇ ਹੀ ਮੈਂ ਆ ਰਿਹਾ ਸੀਗਾ, ਕਿਉਂਕਿ ਰਾਈਸ ਮਿੱਲਾਂ ਟੋਟਲ ਬੰਦ ਪਈਆਂ ਨੇ ਤੇ ਜਿਹੜੀ ਸ਼ਰਤ ਲਗਾ ਦਿੱਤੀ ਗਈ ਆ ਪੰਜਾਬ ਦੀਆਂ 1 ਜਾਂ 2 ਰਾਈਸ ਮਿੱਲਾਂ ਉਹਨਾਂ ਨੂੰ ਪੂਰਾ ਕਰਦੀਆਂ ਹੋਣਗੀਆਂ। ਕੋਈ ਵੀ ਨਹੀਂ ਕਰਦੀ। ਤੁਹਾਡੇ ਕੋਲ ਬਲੈਂਡਰ ਲੱਗੇ ਨਹੀਂ ਹੋਏ ਹਲੇ, ਤੁਸੀਂ ਉਹਦੇ ਵਾਸਤੇ ਵੀ ਤੁਹਾਨੂੰ ਟਾਈਮ ਦੇਣਾ ਚਾਹੀਦਾ ਇੰਡਸਟਰੀ ਨੂੰ, ਵੀ ਅਗਲੀ ਵਾਰ ਤੋਂ ਅਸੀਂ ਤੁਹਾਡੇ ਕੋਲ ਫੋਰਟੀਫਾਈਡ ਚਾਵਲ ਇੰਨਾ ਲੈਣਾ ਹੀ ਲੈਣਾ। ਤੇ ਜਿਹੜੇ ਇੰਡਸਟਰੀ ਵਾਲੇ ਅੱਗੇ ਆਣਗੇ, ਤੁਸੀਂ ਅੱਜ ਕਹੋ ਇੰਡਸਟਰੀ ਦੇ ਵਿੱਚ ਤੁਸੀਂ ਬਲੈਂਡਰ 4 ਦਿਨਾਂ 'ਚ ਲਾ ਕੇ ਥੋੜੀ ਫੋਰਟੀਫਿਕੇਸ਼ਨ ਸ਼ੁਰੂ ਕਰ ਦਿਓਗੇ। ਫੋਰਟੀਫਿਕੇਸ਼ਨ ਵਾਸਤੇ ਜੋ ਚੀਜ਼ਾਂ ਵਿੱਚ ਪੈਣੀਆਂ ਨੇ ਉਹ ਕਿੱਥੋਂ ਲਿਆਣੀਆਂ ਨੇ? ਇਹਦੇ ਵਿੱਚ ਕਿੰਨਾ ਕੁ ਸਮਾਂ ਲੱਗ ਜਾਊਗਾ? ਕਿਉਂਕਿ ਸਰ ਸਮੇਂ ਦੀ ਗੱਲ ਨਹੀਂ ਹੈ, ਸਿਰਫ 7 ਲੱਖ ਮੀਟ੍ਰਿਕ ਟਨ ਉਹਨਾਂ ਨੇ ਫੋਰਟੀਫਾਈਡ ਚਾਵਲ ਲੈਣਾ ਹੈ। ਅਸੀਂ ਉਹਨਾਂ ਨੂੰ ਅੱਜ ਵੀ 62 ਲੱਖ ਦੇਣਾ, 55 ਤਾਂ ਲੈਣ। ਰੋਕ ਕੇ ਕਾਹਦੇ ਬੈਠੇ? ਜਿੰਨਾ ਲੇਟ ਹੋ ਰਿਹਾ, ਗਰਮੀ ਜਿੰਨੀ ਵੱਧਦੀ ਜਾ ਰਹੀ ਹੈ, ਉਹ ਬ੍ਰੋਕਨ ਜ਼ਿਆਦਾ ਵੱਧ ਜਾਣਾ ਹੈ, ਉਹ ਡਿਸਕਲਰ ਹੋ ਜਾਣਾ ਹੈ। ਜਦੋਂ ਇਹ ਸਾਰੀ ਸਪੈਸੀਫਿਕੇਸ਼ਨਾਂ ਤੋਂ ਚਾਵਲ ਹਟ ਜਾਏਗਾ, FCI ਨੇ ਰਿਸੀਵ ਨਹੀਂ ਕਰਨਾ। ਲਾਸਿਸ ਕਿਹਦਾ? ਸਟੇਟ ਦਾ ਲਾਸ ਹੈ ਤੇ ਸ਼ੈਲਰ ਇੰਡਸਟਰੀ ਦਾ ਲਾਸ ਹੈ। ਇੰਡਸਟਰੀ ਵਾਲੇ ਵੀ ਸਫਰ ਕਰਨਗੇ, ਮਿਲਾਂ ਬੰਦ ਹੋ ਜਾਣਗੀਆਂ, ਪੰਜਾਬ ਨੂੰ ਉਹਦਾ ਘਾਟਾ ਚੱਕਣਾ ਪਊਗਾ। ਇਹ ਸਾਰੀਆਂ ਚੀਜ਼ਾਂ ਜੁੜੀਆਂ ਹੁੰਦੀਆਂ। ਅਸੀਂ ਇਸ ਕਰਕੇ ਉਹਨਾਂ ਨੂੰ ਕਹਿ ਰਹੇ ਹਾਂ ਵੀ ਜਲਦੀ ਤੋਂ ਜਲਦੀ ਇਹ ਤੁਹਾਡਾ ਚੌਲ ਹੈ, ਅਸੀਂ ਬਣਾਇਆ ਪਿਆ, ਚੱਕੋ ਇਹਨੂੰ। ਲੇਕਿਨ ਕਦ ਤੱਕ ਚੱਕਣ ਦੀ ਸੰਭਾਵਨਾ ਹੈਗੀ ਆ, ਜਾਂ ਸ਼ੈਲਰ ਇੰਡਸਟਰੀ ਇਸੇ ਤਰ੍ਹਾਂ ਆਉਂਦੇ ਮਹੀਨੇ ਜਾਂ 15 ਦਿਨ ਤੱਕ ਬੰਦ ਰਹੂਗੀ? CMD ਸਾਹਿਬ ਪਰਸੋਂ ਗੱਲ ਕਰਕੇ ਗਏ ਆ, ਇੱਥੇ ਸਾਰੀ ਸ਼ੈਲਰ ਇੰਡਸਟਰੀ ਦੇ ਨੁਮਾਇੰਦਿਆਂ ਨਾਲ ਗੱਲ ਕਰਕੇ ਗਏ ਆ, ਚੰਡੀਗੜ੍ਹ ਆ ਕੇ ਗੱਲ ਕਰਕੇ ਉਹਨਾਂ ਨੂੰ ਕਮਿਟ ਕਰਕੇ ਗਏ ਆ। ਤੇ ਹੁਣ ਅੱਜ ਮੰਗਲਵਾਰ ਹੋ ਗਿਆ, ਨਾ ਸੋਮਵਾਰ ਕੋਈ ਉੱਪਰੋਂ ਚਿੱਠੀ ਆਈ ਹੈ, ਨਾ ਮੰਗਲਵਾਰ ਆਈ ਹੈ। ਸਾਡੇ ਕੱਲ ਪ੍ਰਿੰਸੀਪਲ ਸੈਕਟਰੀ ਤੋਂ ਅਸੀਂ ਲਿਖ ਕੇ ਭਿਜਵਾਇਆ ਵੀ ਜਲਦੀ ਤੋਂ ਜਲਦੀ ਉਹਨਾਂ ਨੂੰ ਕਿਹਾ ਜਾਵੇ ਵੀ ਤੁਸੀਂ ਤੁਹਾਡੇ CMD ਇੱਥੇ CMD FCI ਆਪ ਆ ਕੇ ਗੱਲਬਾਤ ਕਰਕੇ ਤੇ ਲੋਕਾਂ ਨੂੰ ਭਰੋਸਾ ਦੇ ਕੇ ਗਏ ਆ, ਫਟਾਫਟ ਕਮਿਊਨੀਕੇਸ਼ਨ ਦਿਓ ਤਾਂ ਕਿ ਅਸੀਂ ਤੁਹਾਡੀ ਇਹ ਸ਼ੁਰੂ ਕਰੀਏ ਡਿਲੀਵਰੀ। ਤੇ ਡਿਲੀਵਰੀ ਚਾਲੂ ਕਰਨ ਤੋਂ ਬਾਅਦ ਸਾਡੇ ਕੋਲ ਸਪੇਸ ਸਿਰਫ 14 ਲੱਖ ਮੀਟ੍ਰਿਕ ਟਨ ਦਾ। ਸਪੇਸ ਵਾਸਤੇ ਵੀ ਤੁਹਾਨੂੰ ਇੱਥੇ ਦੀ ਮੂਵਮੈਂਟ ਜਲਦੀ ਤੋਂ ਜਲਦੀ ਕਰਨੀ ਪਊਗੀ। ਜਿਹੜਾ ਚੌਲ ਪਿਆ ਪੁਰਾਣਾ ਗੋਡਾਊਨਾਂ 'ਚ, ਉਹਨਾਂ ਨੂੰ ਬਾਹਰ ਕੱਢੋਗੇ ਤਾਂ ਹੀ ਅਸੀਂ ਨਵਾਂ ਚੌਲ ਭਰਾਂਗੇ। ਇੱਥੇ ਮਲਟੀਪਲ ਪ੍ਰੋਬਲਮ ਹੈ ਸਰ, ਇੱਕ ਦੇ ਨਾਲ ਦੂਸਰੀ ਜੁੜੀ ਹੋਈ ਹੈ। ਤੇ ਇਸ ਵੇਲੇ ਕੇਂਦਰ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਤੇ ਕੇਂਦਰ ਪਿੱਠ ਕਰਕੇ ਬੈਠ ਗਈ ਪੰਜਾਬ ਕੰਨੀ। ਤੇ CCL ਲਿਮਟ ਟੋਟਲ ਸਾਨੂੰ ਕਿੰਨੀ ਚਾਹੀਦੀ ਹੋਊਗੀ? ਕਿੰਨੇ ਹਜ਼ਾਰ ਕਰੋੜ ਰੁਪਈਆ ਜੋ ਇਸ ਤਕਰੀਬਨ 24,000 25,000 ਕਰੋੜ ਦੀ CCL ਇਸ ਵਾਰ ਚਾਹੀਦੀ। ਜੇਕਰ ਸੈਂਟਰ ਗਵਰਨਮੈਂਟ ਨਹੀਂ ਭੇਜਦੀ ਕਿਸੇ ਨਾ ਕਿਸੇ ਹਾਈਪੋਥੈਟੀਕਲ ਕੁਐਸਚਨ ਹੈ, ਸਾਨੂੰ ਉਮੀਦ ਹੈ ਵੀ ਅਸੀਂ ਸਾਰਾ ਕੁਝ ਕਰਾਂਗੇ। ਸਰਕਾਰ ਆਪਣੇ ਪੱਧਰ ਤੇ ਇਹਦਾ ਪ੍ਰਬੰਧ ਕਰ ਲੂ। ਸਾਨੂੰ ਸਾਰਾ ਕੁਝ ਉਮੀਦ ਹੈ ਵੀ ਇਹ ਸਾਰਾ ਕੁਝ ਠੀਕ ਹੋ ਜਾਏਗਾ ਔਰ ਆਉਣ ਵਾਲੇ ਟਾਈਮ 'ਚ ਜਦੋਂ ਅਸੀਂ ਹੈਸਲ ਫ੍ਰੀ ਪ੍ਰੋਕਿਉਰਮੈਂਟ ਕਰ ਗਏ ਤੁਹਾਨੂੰ ਇਹਨਾਂ ਗੱਲਾਂ ਦਾ ਜਵਾਬ ਮਿਲ ਜਾਏਗਾ। ਇਹ ਸਰ ਭਰਭੂਸ਼ਣ ਆਸ਼ੂ ਜੋ ਦੱਸ ਰਹੇ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਣਕ ਦੀ ਫਸਲ ਹੋਵੇਗੀ ਉਹਨੂੰ ਪੂਰੀ ਦੀ ਪੂਰੀ ਤਰ੍ਹਾਂ ਪਰਚੇਜ ਪੰਜਾਬ ਸਰਕਾਰ ਕਰੇਗੀ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ। ਕੈਮਰਾਮੈਨ ਇੰਦਰਜੀਤ ਦੇ ਨਾਲ ਵਿਸ਼ਾਲ ਇੰਗਲਿਸ਼ ਨਿਊਜ਼ 24 ਚੰਡੀਗੜ੍ਹ।